ਜਦੋਂ ਚੋਣਾਂ ਦੇ ਦੌਰਾਨ ਵੀ ਜਦੋਂ ਮੈਂ ਕੈਲਾਸ਼ ਨਗਰ ਗਿਆ ਤਾਂ ਸਾਰੇ ਉੱਥੋਂ ਦੇ ਰਹਿਣ ਵਾਲਿਆਂ ਨੇ ਸਾਨੂੰ ਇਹ ਕਿਹਾ ਕਿ ਇੱਥੇ ਇੰਨੇ ਸਾਲਾਂ ਤੋਂ ਪਾਣੀ ਨਹੀਂ ਹੈ ਤੇ ਜਿਹੜਾ ਵੀ ਲੀਡਰ ਆਉਂਦਾ ਵਾਅਦਾ ਕਰਕੇ ਚਲਾ ਜਾਂਦਾ ਪਰ ਚੋਣਾਂ ਤੋਂ ਬਾਅਦ ਕੋਈ ਵੀ ਨਜ਼ਰ ਨਹੀਂ ਆਉਂਦਾ। ਤਾਂ ਅਸੀਂ ਜਿਹੜੀ ਪ੍ਰੋਸੈਸ ਹੈ ਚੋਣਾਂ ਤੋਂ 3-4 ਮਹੀਨੇ ਬਾਅਦ ਸ਼ੁਰੂ ਕਰਤੀ ਸੀ ਤਾਂ ਮੈਨੂੰ ਲੱਗਦਾ 4 ਮਹੀਨਿਆਂ ਦੇ ਵਿੱਚ ਇਹ ਸਾਰਾ ਜਿਹੜਾ ਇਹਦਾ ਰੂਟ ਪਲਾਨ ਬਣਾ ਕੇ ਜਿਹੜਾ ਪੂਰਾ ਇਹਦੀ ਮੈਪਿੰਗ ਕਰਵਾ ਕੇ ਜਿੱਥੋਂ ਵੀ ਪਾਣੀ ਜਾ ਸਕਦਾ ਸੀ ਉਹਦਾ ਪੂਰਾ ਸਿਸਟਮ ਤਿਆਰ ਕਰਕੇ ਜਿਹੜਾ ਅੱਜ ਕੰਮ ਹੈ ਇੱਥੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਅਗਲੇ 15-20 ਦਿਨਾਂ ਦੇ ਵਿੱਚ ਜਿਹੜਾ ਪੀਣ ਵਾਲਾ ਸਾਫ਼ ਪਾਣੀ ਹੈ ਉਹ ਕੈਲਾਸ਼ ਨਗਰ ਦੇ ਰਹਿਣ ਵਾਲੇ ਲੋਕਾਂ ਤੱਕ ਜਿਹੜਾ ਪਹੁੰਚਣ ਲੱਗ ਜਾਏਗਾ। ਸੋ ਸਾਡੀ ਜ਼ਿੰਮੇਵਾਰੀ ਹੈ ਜਿਹੜੇ ਵਾਅਦੇ ਚੋਣਾਂ ਦੇ ਦੌਰਾਨ ਕੀਤੇ ਗਏ ਹੈ ਉਸ ਤੋਂ ਇਲਾਵਾ ਵੀ ਜਿਹੜੀਆਂ ਚੀਜ਼ਾਂ ਜਿੱਥੇ ਲੋਕਾਂ ਨੂੰ ਦਿੱਕਤ ਹੈ ਪਰੇਸ਼ਾਨੀ ਹੈ ਜਿਹੜੀ ਚੀਜ਼ ਲੋਕਾਂ ਦੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਪਾਣੀ ਅਤੀ ਜ਼ਰੂਰੀ ਹੈ ਤਾਂ ਜਿਹੜਾ ਵੀ ਸਾਨੂੰ ਇਹੋ ਜਿਹਾ ਮਸਲਾ ਮਿਲਦਾ ਅਸੀਂ ਜੀ ਜਾਨ ਲਾ ਦਿੰਦੇ ਹਾਂ ਕਿ ਉਸ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ। ਤਾਂ ਇਹੀ ਅਸੀਂ ਸਿਰਫ ਆਪਣੀ ਜਿਹੜੀ ਡਿਊਟੀ ਹੈ ਉਹ ਨਿਭਾ ਰਹੇ ਹਾਂ ਜੋ ਲੋਕਾਂ ਨੇ ਡਿਊਟੀ ਲਾਈ ਹੈ। ਮੈਂ ਚੋਣਾਂ ਤੋਂ ਬਾਅਦ ਵੀ ਕਿਹਾ ਸੀ ਹਾਰ ਜਿੱਤ ਮਾਇਨੇ ਨਹੀਂ ਰੱਖਦੀ, ਗੱਲ ਸਿਰਫ ਇੰਨੀ ਹੈ ਕਿ ਤੁਸੀਂ ਜਿਸ ਵੀ ਲੈਵਲ ਤੇ ਹੋ ਤੁਸੀਂ ਲੋਕਾਂ ਲਈ ਕੀ ਕਰ ਸਕਦੇ ਹੋ। ਤਾਂ ਅੱਜ ਮਾਲਕ ਦੀ ਕਿਰਪਾ ਹੈ ਸਰਕਾਰ 'ਚ ਹੈ ਲੋਕਾਂ ਨੇ ਪਿਆਰ ਦਿੱਤਾ 45,000 ਵੋਟਾਂ ਪਾਈਆਂ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਆਪਦਾ ਜਿਹੜਾ ਬਣਦਾ ਰੋਲ ਹੈ ਉਹ ਅਦਾ ਕਰੀਏ ਤਾਂ ਉਹ ਕਰਨ 'ਚ ਅਸੀਂ ਆਪਦੀ ਪੂਰੀ ਕੋਸ਼ਿਸ਼ ਜਿਹੜੀ ਹੈ ਕਰ ਰਹੇ ਹਾਂ। ਤੇ ਉਸੇ ਦੇ ਤਹਿਤ ਅੱਜ ਜਿਹੜਾ ਹੈ ਇਹ ਕੈਲਾਸ਼ ਨਗਰ ਵਾਸਤੇ ਜਿਹੜਾ ਪਾਣੀ ਦੀ ਪਾਈਪਲਾਈਨ ਦਾ ਕੰਮ ਜਿਹੜਾ ਇੱਥੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ। ਦੀਪ ਜੀ ਇਹ ਜਿਹੜਾ ਸ਼ਹਿਰ ਦੇ ਵਿਕਾਸ ਕਾਰਜ ਹੈਗੇ ਨੇ ਕਾਫੀ ਹੱਦ ਤੱਕ ਸਲੋ ਚੱਲ ਰਹੇ ਨੇ ਤੇ ਕੁਝ ਗਲੀਆਂ ਨਾਲੀਆਂ ਜਿਹੜੀ ਕਿ ਅੰਮ੍ਰਿਤ ਯੋਜਨਾ ਦੇ ਤਹਿਤ ਹੁੰਦੇ ਹੋਏ ਵੀ ਉਹਨਾਂ ਦਾ ਵਿਕਾਸ ਕਾਰਜ ਨਹੀਂ ਹੋਇਆ, ਉਹਨਾਂ ਵਾਸਤੇ ਕੋਈ ਪ੍ਰਯਾਸ ਕੀਤਾ ਜਾ ਰਿਹਾ ਹੈ? ਧਰਮਿੰਦਰ ਜੀ ਬਿਲਕੁਲ ਤੁਹਾਡੀ ਗੱਲ ਜਮਾਂ ਸਹੀ ਹੈ। ਮੈਂ ਤੁਹਾਨੂੰ 2-3 ਚੀਜ਼ਾਂ ਦੱਸ ਦਿੰਦਾ। ਇਹਨਾਂ ਨੇ ਕੀ ਕਰਿਆ ਜਦੋਂ ਇਹਨਾਂ ਦਾ ਲਾਸਟ ਟਾਈਮ ਸੀ ਸਰਕਾਰ ਦਾ 750 ਕਰੋੜ ਦੇ ਲਗਭਗ ਪੈਸੇ ਹੁਣ ਤੱਕ ਸ਼ਹਿਰ ਤੇ ਖਰਚ ਹੋ ਚੁੱਕੇ ਆ। ਉਹਦੇ 'ਚ 3 ਚੀਜ਼ਾਂ ਸੀ ਅੰਮ੍ਰਿਤ ਯੋਜਨਾ 'ਚ, ਮੈਂ ਵਾਰ-ਵਾਰ ਉਹ ਚੀਜ਼ਾਂ ਕਹਿ ਚੁੱਕਿਆ, ਪੀਣ ਵਾਲਾ ਪਾਣੀ, ਸੀਵਰੇਜ ਸਿਸਟਮ ਤੇ ਸੜਕਾਂ ਦਾ ਨਿਰਮਾਣ। ਇੰਨੇ ਪੈਸੇ ਆਉਣ ਦੇ ਬਾਵਜੂਦ ਇਹਨਾਂ ਨੇ ਜਿਹੜੇ ਠੇਕੇਦਾਰ ਸੀ ਉਹਨਾਂ ਸਾਰਿਆਂ ਨੂੰ ਪੈਸੇ ਨਹੀਂ ਦਿੱਤੇ। ਪਤਾ ਨਹੀਂ ਉਹ ਪੈਸਾ ਕਿੱਥੇ ਵੇਸਟ ਕੀਤਾ। ਉਹਦੀ ਇਨਕੁਆਇਰੀ ਵਾਸਤੇ ਮੈਂ ਆਲਰੇਡੀ CM ਸਾਹਿਬ ਨੂੰ ਦੇ ਚੁੱਕਿਆ, ਸ਼ਾਇਦ ਉਹਦੀ ਇਨਕੁਆਇਰੀ ਆ ਗਈ ਹੈ, ਉਹ ਸ਼ੁਰੂ ਹੋ ਜਾਏਗੀ। ਤਾਂ ਇੰਨਾ ਪੈਸਾ ਹੋਣ ਦੇ ਬਾਵਜੂਦ ਇਹਨਾਂ ਨੇ ਠੇਕੇਦਾਰਾਂ ਤੋਂ 40-40, 50-50 ਲੱਖ ਦੇ ਕੰਮ ਜਿਹੜੇ ਹੈ ਉਹਨਾਂ ਤੋਂ ਕਰਵਾ ਲਏ ਜਿਹਦਾ ਉਹਨਾਂ ਨੂੰ ਅਦਾਇਗੀ ਨਹੀਂ ਕੀਤੀ। ਜਿੰਨੇ ਵੀ ਠੇਕੇਦਾਰ ਸੀ ਸਾਡੇ ਸਾਰਿਆਂ ਦੇ ਪੈਸੇ ਦੇਣ ਵਾਲੇ। 29 ਕੰਮ ਇਹੋ ਜਿਹੇ ਆ ਜਿਹੜੇ ਪੈਂਡਿੰਗ ਪਏ ਆ ਜਿਹਦੇ ਵਿੱਚ ਅੰਮ੍ਰਿਤ ਯੋਜਨਾ ਦੇ ਤਹਿਤ ਹੀ ਜਾਂ ਜਿਵੇਂ ਵੀ ਸੀਵਰੇਜ ਤਾਂ ਪਾਇਆ ਪਰ ਸੜਕ ਨਹੀਂ ਬਣੀ, ਸੜਕ ਬਣੀ ਹੈ ਸੀਵਰੇਜ ਨਹੀਂ, ਸੀਵਰੇਜ ਹੈ ਪਾਣੀ ਵਾਲੀ ਪਾਈਪਲਾਈਨ ਨਹੀਂ। ਤਾਂ ਇੱਦਾਂ ਦੇ 29 ਕੰਮ ਹੈ। ਉਹ 29 ਕੰਮਾਂ ਦੀ ਲਿਸਟ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਫ਼ਤਰ ਪਹੁੰਚਾ ਚੁੱਕਿਆ ਕਿ ਉਹ 29 ਕੰਮਾਂ ਵਾਸਤੇ ਬਹੁਤ ਦੇਰ ਤੋਂ ਸਾਡੇ ਲੋਕ ਪਰੇਸ਼ਾਨ ਹੈ, ਗਲੀਆਂ ਪੱਟੀਆਂ ਪਈਆਂ। ਤਾਂ ਉਹ 29 ਕੰਮ ਜਿਵੇਂ ਹੀ ਪੇਮੈਂਟ ਹੋ ਜਾਂਦੀ ਹੈ ਨਾਲ ਦੀ ਨਾਲ ਅਸੀਂ ਸ਼ੁਰੂ ਕਰਵਾ ਦਿਆਂਗੇ। ਇਸ ਤੋਂ ਇਲਾਵਾ ਜਿਹੜੇ ਪੰਚਾਇਤਾਂ ਦੇ ਕੰਮ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਅਸੀਂ ਹਰ ਰੋਜ਼ ਜਿੱਥੇ ਵੀ ਜਿਹੜੀ ਚੀਜ਼ ਦੀ ਲੋੜ ਹੈ ਉਹ ਹਰ ਰੋਜ਼ ਸ਼ੁਰੂ ਕਰਵਾ ਰਹੇ ਹਾਂ, ਲੋਕਾਂ ਨੂੰ ਜਿਹੜੀ ਰਾਹਤ ਦੇ ਰਹੇ ਹਾਂ। ਪਰ ਨਗਰ ਨਿਗਮ ਦੇ ਕੰਮਾਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਹੈ। ਨਗਰ ਨਿਗਮ ਕਾਂਗਰਸ ਦੀ ਹੈ, 49 MC ਜਿੱਤੇ ਹੋਏ ਹੈ ਤੇ ਇਹਨਾਂ ਨੇ ਨਗਰ ਨਿਗਮ ਦਾ ਦਿਵਾਲਾ ਕੱਢਿਆ ਹੋਇਆ ਹੈ। ਇਹਨਾਂ ਦੀ ਨਗਰ ਨਿਗਮ ਦੇ ਵਿੱਚ ਹਾਲਾਤ ਇੰਨੇ ਮਾੜੇ ਆ ਵੀ ਕੋਈ ਵੀ ਬੰਦਾ ਆਪਣਾ ਕੰਮ ਕਰਾਉਣ ਜਾਂਦਾ ਉਹਨੂੰ NOC ਤੱਕ ਨਹੀਂ ਮਿਲਦੀ। ਤਾਂ ਉੱਥੇ ਵੀ ਅਸੀਂ ਹੁਣ ਸਖਤੀ ਕੀਤੀ ਹੈ, ਅਸੀਂ ਉੱਥੇ ਹਰ ਰੋਜ਼ ਰਾਊਂਡ ਕਰ ਰਹੇ ਹਾਂ, ਦੇਖ ਰਹੇ ਹਾਂ। ਇਸ ਤੋਂ ਇਲਾਵਾ ਸਾਡਾ ਆਬਾ ਸਕੇਅਰ ਦੇ ਵਿੱਚ ਜਿਹੜੇ ਕੰਮ ਚੱਲ ਰਹੇ ਉਹ ਵੀ ਦੇਖ ਕੇ ਆਏ ਹਾਂ। 1 ਨੰਬਰ ਦੀ ਘਟੀਆ ਕੁਆਲਿਟੀ ਦਾ ਕੰਮ ਜਿਹੜਾ ਉੱਥੇ ਹੋ ਰਿਹਾ ਸੀ। ਕੱਲ ਪੂਰੀ ਸਟ੍ਰਿਕਨੈਸ ਕੀਤੀ ਹੈ, ਚੇਤਾਵਨੀ ਦਿੱਤੀ ਹੈ ਠੇਕੇਦਾਰਾਂ ਨੂੰ। ਇੱਟਾਂ ਉੱਟਾਂ ਉਹਨਾਂ ਦੀਆਂ ਸਭ ਘਟੀਆ ਕੁਆਲਿਟੀ ਦਾ ਸੀ, ਸਾਰਾ ਉੱਥੋਂ ਚੁਕਵਾਇਆ। ਉਹਨਾਂ ਨੂੰ ਕਿਹਾ ਕਿ ਵਧੀਆ ਮਟੀਰੀਅਲ ਲਾਓ, ਜੇ ਮਾੜਾ ਕੰਮ ਕਰੋਗੇ ਤਾਂ ਬੰਦ ਕਰਵਾ ਦੇਣਗੇ। ਤਾਂ ਪੂਰੀ ਸਖਤੀ ਸਾਰੇ ਕੰਮਾਂ ਦੇ ਵਿੱਚ ਹੋ ਰਹੀ ਹੈ। ਜਿਹੜੇ ਕੰਮ ਰੁਕੇ ਹੋਏ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾਇਆ ਜਾਏਗਾ, ਚਾਹੇ ਨਿਗਮ ਕਾਂਗਰਸ ਦੀ ਹੈ। ਪਰ ਹੁਣ ਬਿਲਕੁਲ ਇਸ ਚੀਜ਼ ਤੇ ਆਮ ਆਦਮੀ ਪਾਰਟੀ ਉਹਨਾਂ ਦੇ ਸਾਹਮਣੇ ਖੜੀ ਹੈ। ਬਿਲਕੁਲ ਧੱਕੇਸ਼ਾਹੀ ਨਹੀਂ ਕਰਾਂ ਦਿਆਂਗੇ ਜਿਵੇਂ ਇਹਨਾਂ ਨੇ ਪਹਿਲਾਂ ਕਰਿਆ ਵੀ ਕਾਂਗਰਸ ਵਾਲੇ ਦੀ ਗਲੀ ਬਣਾ ਦਿਓ ਜੀ, ਇਸ ਗਲੀ 'ਚ ਆਮ ਆਦਮੀ ਪਾਰਟੀ ਦਾ ਜਾਂ ਅਕਾਲੀ ਦਲ ਦਾ ਰਹਿੰਦਾ ਬਣਾਉਣ ਨਹੀਂ ਦੇਣੀ। ਨਹੀਂ, ਸਭ ਤੋਂ ਪਹਿਲਾਂ ਕੰਮ ਉਹ ਸ਼ੁਰੂ ਹੋਏਗਾ ਜਿਹੜੀਆਂ ਗਲੀਆਂ ਪੱਟੀਆਂ ਹੋਈਆਂ, ਪਹਿਲਾਂ ਉਹ ਕੰਮ ਸ਼ੁਰੂ ਹੋਣਗੇ, ਉਸ ਤੋਂ ਬਾਅਦ ਦੂਜੇ ਕੰਮ ਸ਼ੁਰੂ ਹੋਣਗੇ। ਤਾਂ ਇਹ ਕਲੀਅਰ ਹੈ। ਤਾਂ ਉਹਦੇ ਵਾਸਤੇ ਮੈਂ ਜਿੱਥੇ ਬੱਸ ਸਟੈਂਡ ਦਾ ਕੰਮ ਰੁਕਿਆ ਹੋਇਆ ਉਹਦੇ ਵਾਸਤੇ ਵੀ ਫੰਡ ਵਾਸਤੇ ਮੈਂ CM ਸਾਹਿਬ ਨੂੰ ਕਿਹਾ ਅਗਲੇ 1-2 ਦਿਨਾਂ 'ਚ ਦੁਬਾਰਾ ਫਿਰ ਮੀਟਿੰਗ ਹੈ। ਤਾਂ ਉਮੀਦ ਹੈ ਕਿ ਅਗਲੇ 5-7 ਦਿਨਾਂ ਦੇ ਵਿੱਚ ਹੀ ਜਿਹੜਾ ਬੱਸ ਸਟੈਂਡ ਦਾ ਕੰਮ ਵੀ ਸ਼ੁਰੂ ਹੋ ਜਾਏਗਾ। ਤੇ ਜਿਹੜੇ 29 ਕੰਮ ਗਲੀਆਂ ਪੱਟੀਆਂ ਹੋਈਆਂ ਉਹਦੇ ਵਿੱਚ ਮੈਂ 2-3 ਤੁਹਾਨੂੰ ਦੱਸ ਦਿੰਦਾ। ਇੱਕ ਸਰਵਿਸ ਸਟੇਸ਼ਨ ਵਾਲੀ ਗਲੀ ਹੈ ਗੁਰਦਿਆਲ ਨਗਰ ਦੇ ਵਿੱਚ, ਇੱਕ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਦੀ ਗਲੀ ਹੈ ਜੰਮੂ ਬਸਤੀ। ਇੱਦਾਂ ਦੀਆਂ ਗਲੀਆਂ ਜਿਹੜੀਆਂ ਰੁਕੀਆਂ ਹੋਈਆਂ। ਇੱਦਾਂ ਹੀ ਇੱਕ ਸਹਾਇਤਾ ਸਦਨ ਦੀ ਹੈ, ਉਹ ਵੀ ਇਹਨਾਂ ਦੇ ਅੰਡਰ ਹੈ, ਉਹ ਬਹੁਤ ਦੇਰ ਤੋਂ ਰੁਕੀ ਹੋਈ ਹੈ। ਤਾਂ ਉੱਥੇ ਇਹਨਾਂ ਦਾ ਐਕਸਕਿਊਜ਼ ਪਹਿਲਾਂ ਸੀ ਕਿ ਕੰਪੈਕਸ਼ਨ ਨਹੀਂ ਹੋਈ ਥੱਲੇ, ਉਹ ਬਾਰਿਸ਼ ਆ ਜਾਣ ਦਿਓ ਜੀ ਉਸ ਤੋਂ ਬਾਅਦ ਬਣਾਵਾਂਗੇ। ਹੁਣ ਇਹਨਾਂ ਦਾ ਐਕਸਕਿਊਜ਼ ਇਹ ਹੈ ਕਿ ਕਹਿੰਦੇ ਜੀ ਧੁੰਦ ਪੈਣ ਲੱਗ ਗਈ, ਟੈਂਪਰੇਚਰ ਡਾਊਨ ਹੈ ਤਾਂ ਨਹੀਂ ਬਣ ਸਕਦੀ। ਤਾਂ ਸਾਡੇ ਵੱਲੋਂ ਪੂਰੀ ਸਟ੍ਰਿਕਨੈਸ ਕੀਤੀ ਗਈ ਕਿ ਜਿਹੜੇ ਕੰਮ ਹੋਣ ਵਾਲੇ ਉਹ ਨਾਲ ਦੀ ਨਾਲ ਕੀਤੇ ਜਾਣ। ਪਰ ਫਿਰ ਵੀ ਕਿਤੇ ਨਾ ਕਿਤੇ ਮੈਂ ਫਿਰ ਕਹਾਂਗਾ ਕਿ ਜਿਹੜੇ ਨਗਰ ਨਿਗਮ ਦੇ ਕੰਮ ਹੈ ਉਹਨਾਂ ਨੇ ਲੋਕਾਂ ਨੂੰ ਬਹੁਤ ਤੰਗ ਕੀਤਾ ਹੋਇਆ ਤੇ ਮੈਂ ਇਹਦੇ ਤੇ ਪੂਰਾ ਸਟ੍ਰਿਕਟਲੀ ਅਸੀਂ ਪੂਰਾ ਧਿਆਨ ਰੱਖਾਂਗੇ ਕਿ ਨਗਰ ਨਿਗਮ ਦੇ ਵਿੱਚ ਲੋਕਾਂ ਦੇ ਨਾਲ ਧੱਕੇਸ਼ਾਹੀ ਜਿਹੜੀ ਹੁਣ ਤੱਕ ਚੱਲਦੀ ਰਹੀ ਹੈ
ਉਹ ਨਾ ਹੋਵੇ। ਇਸ ਤੋਂ ਇਲਾਵਾ ਜਿਹੜੇ ਸਫਾਈ ਕਰਮਚਾਰੀ ਸੁਸਾਇਟੀ ਦੇ ਜ਼ਰੀਏ ਰੱਖੇ ਗਏ ਸੀ ਧਰਮਿੰਦਰ ਜੀ, ਬਹੁਤ ਜਲਦ ਇਹਨਾਂ ਨੇ ਡਾਟਾ ਨਹੀਂ ਦਿੱਤਾ। ਮੈਂ ਸਾਰੇ ਅਧਿਕਾਰੀਆਂ ਨੂੰ ਕਿਹਾ ਸੀ, ਇਹਨਾਂ ਨੇ ਡਾਟਾ ਨਹੀਂ ਦਿੱਤਾ। ਕਮਿਸ਼ਨਰ ਸਾਹਿਬ ਆਉਂਦੇ ਆ 1-2 ਦਿਨਾਂ 'ਚ। ਜਿਹੜੇ ਸਫਾਈ ਕਰਮਚਾਰੀ ਰੱਖੇ ਗਏ ਸੀ ਉਹਨਾਂ ਦਾ ਕੰਮ ਸੀ, ਤੁਸੀਂ ਵੀ ਉਹ ਪੜ੍ਹਿਆ ਹੋਣਾ, ਜਿਹੜਾ ਇਹਨਾਂ ਨੇ ਉਹਦਾ ਰੂਲ ਬਣਾਇਆ ਸੀ ਕਿ +2 ਤੋਂ ਘੱਟ ਹੋਣਗੇ, ਕਿਉਂਕਿ ਉਹਨਾਂ ਨੂੰ ਸਫਾਈ ਦੇ ਕੰਮ ਤੇ ਰੱਖਣਾ ਸੀ। ਉਹਦੇ ਵਿੱਚ ਸਾਰੇ ਕਾਂਗਰਸ ਦੇ ਐਮਸੀਆਂ ਦੀਆਂ ਬੇਟੀਆਂ ਬੇਟੇ ਉਹ ਸਾਰੇ ਇਹਨਾਂ ਨੇ ਦਫ਼ਤਰਾਂ ਦੇ ਵਿੱਚ ਬਿਠਾਏ ਹੋਏ ਹੈ ਤੇ ਕੰਮ ਸੀ ਉਹਨਾਂ ਦਾ ਸਫਾਈ ਕਰਨੀ, ਝਾੜੂ ਲਾਉਣਾ। ਤਾਂ ਉਹਦੇ ਵਿੱਚ ਵੀ ਲੋਕਾਂ ਨਾਲ ਕਿਤੇ ਨਾ ਕਿਤੇ ਧੱਕਾ ਹੈ। 256 ਬੰਦੇ ਰੱਖੇ ਗਏ, ਜੇ 256 ਦੇ 56 ਝਾੜੂ ਚੱਕ ਕੇ ਸ਼ਹਿਰ ਦੇ ਵਿੱਚ ਲੱਗੇ ਹੋਣ ਤਾਂ ਸਫਾਈ ਹੋ ਸਕਦੀ ਹੈ, ਪਰ ਕੰਮ ਕਰਨ ਵਾਲੇ ਬੰਦੇ ਤਾਂ 60-70-100 ਹੈ। ਬਾਕੀ ਸਾਰੇ ਇਹਨਾਂ ਦੇ ਧੀਆਂ ਪੁੱਤ ਹੈ ਜਿਹੜੇ ਸਾਰੇ ਉੱਥੇ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਸੀ, ਦਫ਼ਤਰਾਂ ਦੇ ਵਿੱਚ ਉਹ ਦਫ਼ਤਰੋਂ ਬਾਹਰ ਨਹੀਂ ਨਿਕਲਦੇ। ਉਹਦੀ ਮੈਂ ਲਿਸਟ ਮੰਗੀ ਹੈ, ਦੇ ਨਹੀਂ ਰਹੇ। RTI ਅਪਲਾਈ ਕਰਤੀ ਹੈ ਤੇ DC ਸਾਹਿਬ ਆਉਂਦੇ ਆ 1-2 ਦਿਨਾਂ 'ਚ। ਮੈਂ ਉਹ ਲਿਸਟ ਲੈ ਕੇ ਉਹ ਜਨਤਕ ਕਰਾਂਗਾ ਕਿ ਕਿਵੇਂ ਇਹਨਾਂ ਨੇ ਧਾਂਦਲੀਆਂ ਘਪਲੇਬਾਜ਼ੀਆਂ ਕਰਕੇ ਸ਼ਹਿਰ ਨੂੰ ਕਿਵੇਂ ਥੱਲੇ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਸੋ ਹੁਣ ਸਾਰੀਆਂ ਚੀਜ਼ਾਂ ਅਸੀਂ ਲੋਕਾਂ ਦੇ ਸਾਹਮਣੇ ਇੱਕ ਕਰਕੇ ਲਿਆ ਰਹੇ ਹਾਂ। ਇਹ ਕਿੰਨੇ ਕਿਲੋਮੀਟਰ ਦਾ ਪ੍ਰੋਜੈਕਟ ਹੈਗਾ? ਇਹ 3 ਕਿਲੋਮੀਟਰ ਦਾ ਪ੍ਰੋਜੈਕਟ ਹੈ ਜੀ। 6 ਇੰਚੀ ਪਾਈਪ ਪਾ ਕੇ, ਜਿਹੜਾ ਹੱਲੇ ਤੱਕ ਜਿਹੜੀ ਡਿਮਾਂਡ ਸੀ ਉਹ ਕੱਲੀ ਕੈਲਾਸ਼ ਨਗਰ ਦੀ ਸੀ। ਇਸ ਤੋਂ ਬਾਅਦ ਜੇ ਕੋਈ ਹੋਰ ਕਲੋਨੀ ਜਾਂ ਕਿਤੇ ਪਾਣੀ ਦੀ ਦਿੱਕਤ ਹੈ ਤਾਂ ਉਹ ਬਾਅਦ 'ਚ ਦੇਖ ਲਿਆ ਜਾਏਗਾ, ਉਹਨਾਂ ਦਾ ਅਲੱਗ ਵਾਲ ਲਾ ਕੇ। ਪਰ ਹੱਲੇ ਤੱਕ ਇਹ ਸੈਪਰੇਟ ਲਾਈਨ ਜਿਹੜੀ ਹੈ ਉਹ ਕੈਲਾਸ਼ ਨਗਰ ਵਾਸਤੇ 3 ਕਿਲੋਮੀਟਰ ਤੱਕ ਜਿਹੜੀ ਜਾਏਗੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਮੇਰਾ ਨਾਮ ਮਹਿੰਗਾ ਰਾਮ, ਕੈਲਾਸ਼ ਨਗਰ ਦੇ ਕੈਲਾਸ਼ ਨਗਰ ਦਾ ਵਸਨੀਕ ਹਾਂ। ਕਿੰਨੇ ਕੁ ਸਾਲਾਂ ਤੋਂ ਇਹ ਪ੍ਰੋਬਲਮ ਆ ਰਹੀ ਸੀ? ਅਰੇ ਇਹ ਪ੍ਰੋਬਲਮ ਘੱਟੋ ਘੱਟ 22 ਸਾਲਾਂ ਤੋਂ ਚੱਲ ਰਹੀ ਹੈ। ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸੇ ਕੋਲ ਜਾਂਦੇ ਹਾਂ ਤਾਂ ਸਾਨੂੰ ਥੋੜਾ ਜਿਹਾ ਵਿਸ਼ਵਾਸ ਦਿਵਾ ਕੇ ਤੋਰ ਦਿੰਦੇ ਆ, ਲੇਕਿਨ ਇਹ ਤੇ ਗੱਲ ਤੇ ਮਸਲਾ ਤੇ ਸਾਡੀ ਕਿਸੇ ਨੇ ਸੁਣਵਾਈ ਬਿਲਕੁਲ ਨਹੀਂ ਹੋਈ, ਤਾਂ ਹੀ ਕੋਈ ਇਸ 'ਤੇ ਐਕਸ਼ਨ ਲਿਆ ਗਿਆ। ਅਸੀਂ ਧੰਨਵਾਦ ਕਰਦੇ ਹਾਂ ਸਾਡੇ ਦੀਪ ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਸਹਿਯੋਗ ਦਿੱਤਾ ਔਰ ਸਾਡੀ ਇੰਨੀ ਜਲਦੀ ਸੁਣਾਈ ਕੀਤੀ ਹੈ। 1 ਮਹੀਨਾ ਨਹੀਂ ਹੋਇਆ ਸਾਨੂੰ ਇਹਨਾਂ ਨੂੰ ਮਿਲਿਆ ਨੂੰ ਵੀ ਸਾਡਾ ਆਹ ਪ੍ਰੋਬਲਮ ਹੈਗੀ ਹੈ, ਪਰ ਇਹਨਾਂ ਨੇ ਸਾਡਾ ਜਿਹੜਾ ਮਸਲਾ ਪਹਿਲ ਦੇ ਆਧਾਰ 'ਤੇ ਲਿਆ ਹੈ। ਜਦੋਂ ਇੱਕ ਦਫ਼ਤਰ ਵਿੱਚ ਨਹੀਂ ਹੁੰਦੇ ਤਾਂ ਵਿਜੇ ਕੁਮਾਰ ਜੀ ਬੈਠੇ ਹੁੰਦੇ ਜਾਂ ਪੁਜਾਰੀ ਜੀ ਬੈਠੇ ਹੁੰਦੇ ਆ, ਸਾਨੂੰ ਉਹਨਾਂ ਤੋਂ ਵੀ ਪੂਰਾ ਵਿਸ਼ਵਾਸ ਮਿਲਦਾ ਹੈ ਵੀ ਇਹ ਕੰਮ ਤੁਹਾਡਾ ਹੋ ਰਿਹਾ, ਕਿੱਥੇ ਰੁਕਿਆ ਹੈ, ਕਿਉਂ ਰੁਕਿਆ ਹੈ, ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਅੱਜ ਅਸੀਂ ਇਹਨਾਂ ਦਾ ਤਹਿ ਦਿਲੋਂ ਕਲੋਨੀ ਤਰਫੋਂ ਮੈਂ ਧੰਨਵਾਦ ਕਰਦਾ MLA ਸਾਹਿਬ ਦਾ ਕਿ ਸਾਡਾ ਜਿਹੜਾ ਇੰਨਾ ਸਾਲ ਰੁਕਿਆ ਜਿਹੜਾ ਕੰਮ ਸੀ ਅੱਜ ਇਹ ਪੂਰਾ ਹੋਣ ਜਾ ਰਿਹਾ ਹੈ। ਬਹੁਤ ਬਹੁਤ ਧੰਨਵਾਦ ਕੁਲਦੀਪ ਸਾਹਿਬ ਦਾ। ਕਿੰਨੀਆਂ ਕੁ ਗਲੀਆਂ ਵਗੈਰਾ ਹੈਗੀਆਂ ਨੇ ਉਸ ਕੈਲਾਸ਼ ਨਗਰ? ਕੋਈ ਘੱਟੋ ਘੱਟ ਉੱਥੇ 10-12 ਗਲੀਆਂ ਇਹੀ ਹੈ ਜਿਹੜੀਆਂ ਕਿ ਬਣੀਆਂ ਹੋਈਆਂ, ਲੇਕਿਨ ਪਾਣੀ ਜਿਹੜਾ ਹੈ ਉਹ ਕਿਸੇ ਪਾਸੇ ਵੀ ਨਹੀਂ ਹੈਗਾ। ਠੀਕ ਹੈ। ਇੱਕ ਸਿਦਾਲ ਹੋਰ ਕਲੋਨੀ ਬਣ ਜਾ ਰਹੀ ਹੈ, ਉੱਥੇ ਵੀ ਪਾਣੀ ਦੀ ਪ੍ਰੋਬਲਮ ਹੈ ਜਿਹੜੀ ਕਿ ਸਾਡੇ ਨਾਲ ਅਟੈਚ ਹੈ। ਉਹਨਾਂ ਦਾ ਵੀ ਇਹ ਪਾਣੀ ਦਾ ਜਿਹੜਾ ਸਪਲਾਈ ਇੱਥੇ ਵੀ ਜਾਏਗੀ। ਅਸੀਂ ਦੀਪ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਲੋਨੀ ਵੱਲੋਂ, ਸਾਰੇ ਨਗਰ ਨਿਵਾਸੀ ਵੱਲੋਂ, ਕਿ ਸਾਡਾ ਜਿਹੜਾ ਇਹ ਰੁਕਿਆ ਹੋਇਆ ਇਹਨਾਂ ਚਿਰ ਤੋਂ ਮਸਲਾ, ਤੇ ਪਹਿਲੀ ਵਾਰ ਸਾਨੂੰ ਇਸ ਦਾ ਵਿਸ਼ਵਾਸ ਨਹੀਂ ਹੋ ਰਿਹਾ ਵੀ ਕਿਵੇਂ ਹੋ ਰਿਹਾ। ਚਲੋ ਹੁਣ ਹੋ ਗਿਆ ਵਿਸ਼ਵਾਸ। ਬਹੁਤ ਬਹੁਤ ਧੰਨਵਾਦ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।